आ गए हैं, दानी भी बन के डालने की कोशिश करते हैं, लेकिन हमने कई बार उनको मना भी किया। We want to make it a smart city, but what about the dog and the monkey menace? उन्हें ये पता कि भाई वो कब आएंगे और कब जाएंगे। ਕਈ ਵਾਰੀ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਚੰਡੀਗੜ੍ਹ ਵਰਗੇ ਸਿਟੀ ਬਿਊਟੀਫੁਲ ਵਿੱਚ ਰਹਿ ਹੀ ਨਹੀਂ ਰਹੇ। ਥਿੰਗਸ ਲਾਈਕ ਬਰਗਰਸ, ਨੂਡਲਸ, ਇਹ ਚੀਜ਼ਾਂ ਫੀਡ ਕਰਨਗੇ ਤਾਂ ਆਬਵੀਅਸਲੀ ਮੰਕੀਜ਼ ਆਰ ਗੋਇੰਗ ਟੂ ਕਮ ਬੈਕ। ਇੰਨੇ ਜ਼ਿਆਦਾ ਮੇਰੇ ਰੈਜ਼ੀਡੈਂਟਸ ਦੁਖੀ ਨੇ ਜਿਹੜੇ ਮੇਰੇ ਸਪੈਸ਼ਲੀ 28C 28D ਤੋਂ ਇਨਨਿਊਮਰੇਬਲ ਕੰਪਲੇਂਟਸ ਆਉਂਦੀਆਂ ਨੇ। ਚੰਡੀਗੜ੍ਹ ਦਾ ਬਿਊਟੀਫੁਲ ਸਿਟੀ ਦੇ ਵਿੱਚ ਬੰਦਰਾਂ ਨੇ ਇੱਕ ਆਪਣੀ ਦਸਤਕ ਹੈ ਜਿਹੜੀ ਉਹ ਦੇ ਦਿੱਤੀ ਹੈ। ਜੇਕਰ ਖਾਸ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਵਾਰਡ ਨੰਬਰ 10 ਦੇ ਸੈਕਟਰ 28, ਸੈਕਟਰ 27, ਸੈਕਟਰ 26 ਦੇ ਵਿੱਚ ਖਾਸ ਤੌਰ ਤੇ ਬੰਦਰ ਕਾਫੀ ਨੇ ਜਿਹੜੇ ਉਹ ਲੋਕਾਂ ਨੂੰ ਪਰੇਸ਼ਾਨ ਕਰਦੇ ਹੋਏ ਦਿਖਾਈ ਦੇ ਰਹੇ ਨੇ। ਤੇ ਇਸ ਦੇ ਚੱਲਦੇ ਹੋਏ ਇਹਨਾਂ ਪਰੇਸ਼ਾਨੀਆਂ ਤੋਂ ਤੰਗ ਆ ਕੇ ਵਾਰਡ ਨੰਬਰ 10 ਦੇ ਮਿਊਨਿਸਪਲ ਕਾਉਂਸਲਰ ਹਰਪ੍ਰੀਤ ਕੌਰ ਬੱਬਲਾ ਵੱਲੋਂ ਇੱਕ ਲੈਟਰ ਹੈ ਜਿਹੜੀ ਬੀਤੇ ਦਿਨਾਂ ਦੇ ਵਿੱਚ ਚੰਡੀਗੜ੍ਹ ਕਮਿਸ਼ਨਰ ਨੂੰ ਲਿਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇਹਨਾਂ ਬੰਦਰਾਂ ਤੋਂ ਜਿਹੜੀ ਜਲਦ ਤੋਂ ਜਲਦ ਨਿਜਾਤ ਪਾਉਣ ਲਈ ਜਿਹੜੀ ਇੱਕ ਸਕੀਮ ਹੈ ਜਿਹੜੀ ਉਹ ਕੱਢਣੀ ਚਾਹੀਦੀ ਹੈ। ਜਿਸ ਤੋਂ ਬਾਅਦ ਦੇ ਵਿੱਚ ਕਮਿਸ਼ਨਰ ਵੱਲੋਂ ਮਿਮਿਕਰੀ ਆਰਟਿਸਟ ਨੇ ਜਿਹੜੇ ਉਹ ਹਾਇਰ ਕੀਤੇ ਗਏ। ਹਾਲਾਂਕਿ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਆਪਣੀ ਪੋਕਟ ਮਨੀ ਦੇ ਉੱਤੇ ਜਿਹੜੇ ਇਹ ਲਗਭਗ 4 ਦੇ ਕਰੀਬ ਜਿਹੜੇ ਮਿਮਿਕਰੀ ਆਰਟਿਸਟ ਨੇ ਉਹ ਕਮਿਸ਼ਨਰ ਵੱਲੋਂ ਜਿਹੜੇ ਉਹ ਹਾਇਰ ਕੀਤੇ ਗਏ ਨੇ ਤੇ ਉਹ ਉਹਨਾਂ ਆਰਟਿਸਟਾਂ ਵੱਲੋਂ ਜਿਹੜੀ ਲੰਗੂਰਾਂ ਦੀ ਆਵਾਜ਼ ਕੱਢ ਕੇ ਜਿਹੜਾ ਇਸ ਵਕਤ ਬਾਂਦਰਾਂ ਨੂੰ ਭਜਾਉਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਫਿਲਹਾਲ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੈ। ਇੱਕ ਵਾਰੀ ਲੰਗੂਰਾਂ ਦੀ ਆਵਾਜ਼ ਦੇ ਨਾਲ ਬਾਂਦਰ ਭੱਜ ਜ਼ਰੂਰ ਜਾਂਦੇ ਨੇ ਪਰ ਫਿਰ ਵਾਪਸੀ ਹੈ ਜਿਹੜੇ ਬਾਂਦਰ ਉਹ ਦੁਬਾਰਾ ਤੋਂ ਆ ਜਾਂਦੇ ਨੇ। ਤੇ ਮੇਨ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅੰਬਾਂ ਦਾ ਬਾਗ ਨੇੜੇ ਹੋਣ ਕਾਰਨ, ਨਜ਼ਦੀਕ ਹੋਣ ਕਾਰਨ ਜਿਹੜੇ ਬੰਦਰਾਂ ਨੇ ਜਿਹੜੀ ਕਾਫੀ ਦਸਤਕ ਹੈ ਜਿਹੜੀ ਇਸ ਸੈਕਟਰਾਂ ਦੇ ਵਿੱਚ ਹੈ ਜਿਹੜੀ ਉਹ ਇਸ ਵਕਤ ਦੇ ਰੱਖੀ ਹੈ। ਤੇ ਫਿਲਹਾਲ ਇੱਕ ਹਾਊਸ ਦੇ ਵਿੱਚ ਜਦੋਂ ਮੁੱਦਾ ਇਹ ਚੱਕਿਆ ਗਿਆ ਤਾਂ ਹਰਪ੍ਰੀਤ ਕੌਰ ਬੱਬਲਾ ਵੱਲੋਂ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪਰਮਾਨੈਂਟ ਸੋਲੂਸ਼ਨ ਵੀ ਹੈ ਜਿਹੜਾ ਉਹ ਜਲਦ ਤੋਂ ਜਲਦ ਕੱਢਿਆ ਜਾਵੇਗਾ ਤੇ ਅਗਲੀ ਮੀਟਿੰਗ ਦੇ ਵਿੱਚ ਇਹ ਮੁੱਦਾ ਜਿਹੜਾ ਉਹ ਅਹਿਮ ਰਹਿ ਸਕਦਾ ਹੈ, ਕਿਉਂਕਿ ਕਾਫੀ ਨੁਕਸਾਨਦੇਹ ਇਸ ਵਾਰ ਬਾਂਦਰ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਕਿ ਕਾਫੀ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਬਾਂਦਰ ਨੇ ਜਿਹੜੇ ਉਹ ਸੈਕਟਰ 28, 26 ਅਤੇ 27 ਦੇ ਵਿੱਚ ਕਰਦੇ ਹੋਏ ਦਿਖਾਈ ਦੇ ਰਹੇ ਨੇ। ਤੇ ਫਿਲਹਾਲ ਇੱਥੇ ਕਾਫੀ ਮਿਮਿਕਰੀ ਆਰਟਿਸਟ ਨੇ ਜਿਹੜੇ 4 ਦੇ ਕਰੀਬ ਮਿਮਿਕਰੀ ਆਰਟਿਸਟ ਜਿਨ੍ਹਾਂ ਨੂੰ 18,000 ਰੁਪਏ ਦੇ ਉੱਤੇ ਜਿਹੜਾ ਕਮਿਸ਼ਨਰ ਵੱਲੋਂ ਜਿਹੜਾ ਉਹ ਰੱਖਿਆ ਗਿਆ ਹੈ ਤੇ ਫਿਲਹਾਲ ਉਹ ਬੰਦਰਾਂ ਨੂੰ ਭਜਾਉਣ ਦਾ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ। ਫਿਲਹਾਲ ਦੇਖ ਸਕਦੇ ਹੋ ਕਿ ਉਧਰ ਦੂਜੀ ਸਾਈਡ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂ ਤਸਵੀਰਾਂ ਦਿਖਾਈਆਂ ਜਾਣ ਕਿ ਜਿਸ ਤਰ੍ਹਾਂ ਨਾਲ ਮਿਮਿਕਰੀ ਆਰਟਿਸਟ ਆ ਰਹੇ ਨੇ ਤਾਂ ਦੂਜੇ ਪਾਸੇ ਬੰਦਰ ਨੇ ਜਿਹੜੇ ਉਹਨਾਂ ਨੂੰ ਦੇਖ ਕੇ ਭੱਜਣਾ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਇਹ ਕੰਮ ਕੀਤਾ ਜਾ ਰਿਹਾ ਹੈ ਕਿ ਬੰਦਰਾਂ ਨੂੰ ਭਜਾਇਆ ਜਾ ਰਿਹਾ। ਤਾਂ ਦੇਖ ਸਕਦੇ ਹੋ ਕਿ ਜਿਸ ਹਿਸਾਬ ਦੇ ਨਾਲ ਜੋ ਉਹ ਮਿਮਿਕਰੀ ਆਰਟਿਸਟ ਨੇ ਜਿਹੜੇ ਉਹ ਨਜ਼ਦੀਕ ਆ ਰਹੇ ਨੇ, ਭੱਜੇ ਆ ਰਹੇ ਨੇ ਬੰਦਰਾਂ ਨੂੰ ਭਜਾਉਣ ਵਾਸਤੇ, ਤਾਂ ਦੂਜੇ ਪਾਸੇ ਬੰਦਰ ਨੇ ਜਿਹੜੇ ਉਹ ਭੱਜਦੇ ਹੋਏ ਦਿਖਾਈ ਦੇ ਰਹੇ ਨੇ। ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਬਾਂਦਰ ਕਿਸ ਤਰ੍ਹਾਂ ਨਾਲ ਭੱਜਣੇ ਨੇ ਉਹ ਜਿਹੜੇ ਸ਼ੁਰੂ ਹੋ ਚੁੱਕੇ ਨੇ, ਤਾਂ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਪਿਛਲੇ 1 ਮਹੀਨੇ ਤੋਂ ਜਿਹੜੀ ਇੱਕ ਮੁਹਿੰਮ ਹੈ ਜਿਹੜੀ ਇਹ ਚਲਾਈ ਜਾ ਰਹੀ ਹੈ ਬਾਂਦਰਾਂ ਨੂੰ ਭਜਾਉਣ ਦੀ। ਉਹਨਾਂ ਵੱਲੋਂ ਜਿਹੜੀਆਂ ਆਵਾਜ਼ਾਂ ਨੇ ਉਹ ਲੰਗੂਰਾਂ ਦੀਆਂ ਕੱਢੀਆਂ ਜਾ ਰਹੀਆਂ ਨੇ ਅਤੇ ਸੋ ਦੇਖ ਸਕਦੇ ਹੋ ਕਿ ਮਿਮਿਕਰੀ ਆਰਟਿਸਟਾਂ ਵੱਲੋਂ ਜਿਹੜੇ ਆਵਾਜ਼ਾਂ ਨੇ ਜਿਹੜੀਆਂ ਉਹ ਕੱਢ ਕੇ ਬੰਦਰਾਂ ਨੂੰ ਭਜਾਉਣ ਦਾ ਜਿਹੜਾ ਕੰਮ ਆ ਉਹ ਸੈਕਟਰ 28 ਦੇ ਵਿੱਚ ਕੀਤਾ ਜਾ ਰਿਹਾ। ਤੇ ਫਿਲਹਾਲ ਕਾਫੀ ਗਿਣਤੀ ਦੇ ਵਿੱਚ ਜੋ ਇਸ ਵਕਤ ਇੱਥੇ ਬਾਂਦਰ ਦਿਖਾਈ ਦੇ ਰਹੇ ਸਨ, ਹੁਣ ਬਾਂਦਰ ਉੱਥੇ ਨਹੀਂ ਦਿਖਾਈ ਦੇ ਰਹੇ ਹੈਗੇ। ਤਾਂ ਇੱਥੋਂ ਇੱਕ ਵਾਰ ਜ਼ਰੂਰ ਭੱਜ ਗਏ ਨੇ ਬਾਂਦਰ ਤੇ ਮਿਮਿਕਰੀ ਆਰਟਿਸਟ ਜਿਹੜੇ ਲਗਾਤਾਰ ਇਹ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ। ਤੇ ਇੱਥੇ ਜਾਣ ਲੈਂਦੇ ਆ ਮਿਮਿਕਰੀ ਆਰਟਿਸਟ ਸਾਡੇ ਨਾਲ ਮੌਜੂਦ ਨੇ। कितना टाइम हो गया बंदर भजाते हुए? मतलब यहाँ लगे हुआ यहाँ हो गया 1.5 महीना। 1.5 महीने तो ही काम चल रहा? हाँ जी। किन्ने क बंदर भज जाते हैं इस नाल तो सारे भज जाते हैं, जितने हैं ज्यादातर भाग जाते हैं। वो हमें देख के हमारी आवाज सुन के जो हम आवाज निकालते हैं उस हिसाब से भाग जाते हैं। देख के भज जाते हैं? देखते ही भज जाते हैं आपके सामने। अभी हम आए तो वो भाग गए वो जब पता। परमानेंट सोल्यूशन ही है, एक बार जरूर बंद
ਭੱਜ ਜ਼ਰੂਰ ਜਾਂਦੇ ਨੇ ਪਰ ਫਿਰ ਵਾਪਸ ਆ ਜਾਂਦੇ ਨੇ। हाँ जी, फिर वापसी आ जाते हैं कि जब तक हम रहते हैं तब तक वो बंदर भागे रहते हैं, जब तक वो अंदर नहीं घुस सकते। और जैसे हम यहाँ से ड्यूटी खत्म होने के बाद चले जाते हैं या लंच करने के लिए, तो वो फिर वापसी आने लगते भी हैं। पता ਉਹਨਾਂ ਨੂੰ ਤੁਹਾਡੇ ਲੰਚ ਦੀ? बिल्कुल पूरी टाइमिंग का पता उन्हें ये पता कि भाई वो कब आएंगे और कब जाएंगे। तो इसलिए वो जब हम आते हैं भाग जाते हैं, और जब हम लंच के लिए ड्यूटी जो हमारी होती है पूरी, तब हम जाते हैं तो वो फिर वापसी आने लगते हैं। ਨੁਕਸਾਨ ਕਰ ਰਹੇ ਨੇ, ਜਾਨੀ ਨੁਕਸਾਨ, ਕਿਉਂਕਿ ਕਾਫੀ ਸੈਕਟਰਾਂ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਨੇ ਕਿ ਕਾਫੀ ਪੰਜੇ ਮਾਰੇ ਜਾਂਦੇ ਨੇ ਇਹਨਾਂ ਵੱਲੋਂ ਤੇ ਇੱਥੋਂ ਤੱਕ ਕਿ ਕੱਟਿਆ ਵੀ ਗਿਆ 2-3 ਲੋਕਾਂ ਨੂੰ। हाँ जी, जिस टाइम पे हम यहाँ पे आए हुए थे उस टाइम पे हमें बहुत आदमी ने कंप्लेंट की थी कि भाई ये बंदर जो है बहुत नुकसान कर रहे हैं और बंदों को काट भी रहे हैं, बच्चों को भी काट रहे हैं, बड़ों को भी काट रहे हैं। मगर जिस टाइम पे हमारी ड्यूटी यहाँ लगी है उसी दिन से सब बंदों को राहत है। अब बंदे पार्क में भी आते हैं, अपने बैठते हैं, चले जाते हैं, मगर उस टाइम पार्क में भी जल्दी कोई नहीं आ सकता था क्योंकि बंदरों का आतंक था। यहाँ के कम से कम बहुत काफी बंदर हैं। ਕਿੰਨੇ ਕੁ ਬੰਦਰ ਨੇ ਜਿਹੜੇ ਇਸ ਆਵਾਜ਼ਾਂ ਕੱਢਣ ਨਾਲ ਜਿਹੜੇ ਇਸ ਵਕਤ ਭੱਜ ਗਏ ਨੇ? 500-700 बंदर हैं यहाँ पर। ਪਹਿਲਾਂ ਕਿੰਨੇ ਸੀਗੇ? पहले इस टाइम तो जो आप देख रहे हैं इस टाइम तो आपको कम से कम ज्यादा से ज्यादा 50-60 बंदर है नजर आ रहे हैं। और जिस टाइम पहले थे तो पहले यहाँ पे 1000-1500 के लगभग बंदर थे। 2 टीमें थी बंदरों की, तो एक टीम बंदर की फरार हो चुकी है, 2-4 बंदर उसमें से रहे हैं जो यहाँ पे टहल रहे हैं इस टाइम। ਕਿੰਨਾ ਕੁ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਬੰਦਰ ਨੇ ਜਿਹੜੇ ਪੂਰੀ ਤੌਰ ਤੇ ਚੱਲ ਜਾਣਗੇ ਇੱਥੋਂ? देखो जी, इसमें कम से कम 1-1.5 साल लगेगा बंदरों को सब बिल्कुल यहाँ से भगाने के लिए, क्योंकि जब तक उनको अच्छी तरह से उनको भगाया नहीं जाएगा उनके लिए टाइम है थोड़ा सा। 1-1.5 साल यहाँ लगेगा और 1-1.5 साल में सारे बंदर जो हैं यहाँ से फरार हो जाएंगे। ਆਵਾਜ਼ ਲੰਗੂਰ ਦੀ ਕੱਢਦੇ ਹੋ? हाँ जी, इस आवाज से बंदर को पता लग जाता है कि भाई आ चुके हैं, तो वो निकल लेते हैं। ਦੁਬਾਰਾ ਇੱਕ ਵਾਰੀ ਇਹ ਆਵਾਜ਼ ਨਾਲ ਫਿਰ ਬੰਦਰ ਭੱਜ ਜਾਂਦਾ? हाँ जी, इस आवाज नाल बंदर जो है भाग जाते हैं। अब उन्हें पता लग जाता है कि भाई बंदर आ चुके हैं, बंदर पकड़ने वाले। उन्हें ये डर से होता है कि भाई बंदर पकड़ के लेके जाने वाले हैं। ਕਿੰਨਾ ਵੇਤਨ ਕਿੰਨਾ ਦਿੱਤਾ ਜਾ ਰਿਹਾ ਹੈ, ਕਿੰਨੀ ਤਨਖਾਹ ਦਿੱਤੀ 18,000 ਪਰ ਪਰਸਨ हाँ हर महीने। ਹਰ ਮਹੀਨੇ? हाँ जी, ਜਦੋਂ ਮੈਂ ਆਪਣੇ ਇਸ ਵਾਰੀ ਇਲੈਕਸ਼ਨਸ ਲੜ ਰਹੀ ਸੀਗੀ ਵਾਰਡ ਨੰਬਰ 10 ਤੋਂ, ਤੇ ਮੈਂ ਦੇਖਿਆ ਕਿ ਸਾਡੇ ਡਿਵੈਲਪਮੈਂਟ, ਇਸ ਤੋਂ ਪਹਿਲਾਂ ਮੇਰੇ ਹਸਬੰਡ ਦਵਿੰਦਰ ਸਿੰਘ ਬਬਲਾ ਜੀ ਇੱਥੇ ਦੇ ਪਾਰਸ਼ਦ ਸੀ, ਤੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਸੀ ਉਹ ਸਾਰੇ ਹੋ ਚੁੱਕੇ ਸੀ। ਸੋ ਜੈਨੂਇਨ ਪ੍ਰੋਬਲਮ ਜਿਹੜੀ ਮੈਨੂੰ ਇੱਕ ਦਿਖੀ, ਔਰ ਹਰ ਬੰਦੇ ਨੇ ਆ ਕੇ ਮੈਨੂੰ ਕਿਹਾ ਕਿ ਮੈਮ ਕਿਸੇ ਤਰੀਕੇ ਨਾਲ ਸਾਨੂੰ ਡੌਗ ਮੈਨੇਸ ਔਰ ਮੰਕੀ ਮੈਨੇਸ ਨੂੰ ਛੁਡਵਾ ਦਿਓ। ਤੇ ਇੰਨਾ ਜ਼ਿਆਦਾ ਮੰਕੀ ਮੈਨੇਸ ਹੋ ਗਿਆ ਹੈ, ਆਈ ਥਿੰਕ ਬਿਕੋਜ਼ ਉੱਥੇ ਆਪਣੇ ਨਾਲ ਹੀ ਮੈਂਗਰੋਵ ਹੈਗੇ ਨੇ, ਉੱਥੇ ਮੈਂਗੋ ਟਰੀਜ਼ ਇੰਨੀਆਂ ਹੈਗੇ ਵਿਚ ਇਜ਼ ਬਿਕਮ ਅ ਪਰਮਾਨੈਂਟ ਹੈਬਿਟੈਟ ਫॉर द ਮੰਕੀਜ਼। ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਹਦਾ ਕੋਈ ਇਲਾਜ ਨਹੀਂ ਕਰ ਸਕਦੇ। ਇੰਨੇ ਜ਼ਿਆਦਾ ਮੇਰੇ ਰੈਜ਼ੀਡੈਂਟਸ ਦੁਖੀ ਨੇ, ਜਿਹੜੇ ਮੇਰੇ ਸਪੈਸ਼ਲੀ 28C 28D ਤੋਂ ਇਨਿਊਮਰੇਬਲ ਕੰਪਲੇਂਟਸ ਆਉਂਦੀਆਂ ਨੇ ਕਿ ਮੈਮ ਅਸੀਂ ਆਪਣੇ ਘਰ ਦੇ ਬਾਹਰ ਨਹੀਂ ਆ ਸਕਦੇ, ਅਸੀਂ ਆਪਣੇ ਘਰ ਦੇ ਬਾਹਰ ਕੋਈ ਸਮਾਨ ਨਹੀਂ ਰੱਖ ਸਕਦੇ, ਸਾਡੀ ਛੱਤਾਂ ਤੇ, ਸਾਡੀਆਂ ਕਾਰਾਂ ਤੇ, ਸਾਡੇ ਪਾਰਕਸ ਦੇ ਵਿੱਚ all the time 24/7 ਸਾਨੂੰ ਇੱਥੇ ਮੰਕੀਜ਼ ਹੀ ਮੰਕੀਜ਼ ਦਿਖਦੇ ਨੇ। ਔਰ ਕਈ ਵਾਰੀ ਤੇ ਸਾਨੂੰ ਲੱਗਦਾ ਕਿ ਅਸੀਂ ਚੰਡੀਗੜ੍ਹ ਵਰਗੇ ਸਿਟੀ ਬਿਊਟੀਫੁਲ ਵਿੱਚ ਰਹਿ ਹੀ ਨਹੀਂ ਰਹੇ। ਸੋ ਮੈਂ ਬੜਾ ਜੈਨੂਇਨਲੀ ਇਸ ਪੁਆਇੰਟ ਨੂੰ ਹਾਊਸ ਮੀਟਿੰਗ ਵਿੱਚ ਰੇਜ਼ ਕੀਤਾ ਜਦੋਂ ਮੈਂ ਪਾਰਸ਼ਦ ਬਣੀ, ਔਰ ਮੈਂ ਕਿਹਾ ਫੋਰੈਸਟ ਡਿਪਾਰਟਮੈਂਟਸ ਵਾਲਿਆਂ ਨੂੰ ਵੀ ਕਾਫੀ ਵਾਰੀ ਫੋਨ ਕੀਤਾ, ਪਰ ਉਹਨਾਂ ਦਾ ਵੀ ਜਿਹੜਾ ਕੰਮ ਸੀ ਇਟ ਵਾਸ ਕੰਪਲੀਟ ਆਈ ਵਾਸ਼, ਕੋਈ ਉਹਨਾਂ ਨੇ ਜੈਨੂਇਨ ਸਟੈਪਸ ਨਹੀਂ ਲਿੱਤੇ। ਔਰ ਬਾਅਦ ਦੇ ਵਿੱਚ ਮੈਨੂੰ ਇਹੀ ਕੀਤਾ ਜਾਂਦਾ ਸੀ ਕਿ ਹਾਂ ਅਸੀਂ ਲੈ ਜਾਂਦੇ ਹਾਂ, ਅਸੀਂ ਪਿੰਜਰਿਆਂ 'ਚ ਲੈ ਕੇ ਆਉਂਦੇ ਸੀ, ਪਾ ਕੇ ਲੈ ਜਾਂਦੇ ਸੀ, ਔਰ ਥੋੜੇ ਦਿਨਾਂ ਬਾਅਦ ਉਹੀ ਸੇਮ ਮੰਕੀਜ਼ ਵਾਪਸ ਆ ਜਾਂਦੇ ਸੀ, ਜਾਂ ਤੇ ਉਹ ਖੁਦ ਹੀ ਛੱਡ ਜਾਂਦੇ ਸੀ, ਔਰ ਜਾਂ ਫਿਰ ਉਹਨਾਂ ਨੂੰ ਪਤਾ ਕਿ ਇਹ ਸਾਡਾ ਪਰਮਾਨੈਂਟ ਹੈਬਿਟੈਟ ਹੈ ਤੇ ਉੱਥੇ ਵਾਪਸ ਆ ਜਾਂਦੇ ਸੀ। ਦੂਸਰਾ ਇਹਦੇ ਵਿੱਚ ਮੈਂ ਥੋੜਾ ਜਿਹਾ ਰੈਜ਼ੀਡੈਂਟਸ ਦੇ ਬਾਰੇ ਵੀ ਕਹਾਂਗੀ ਕਿ ਕਈ ਵਾਰੀ ਰੈਜ਼ੀਡੈਂਟਸ ਨੂੰ ਇਸ ਗੱਲ ਤੋਂ ਅਸੀਂ ਅਵੇਅਰ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਫੀਡ ਨਾ ਕਰੋ। ਹੁਣ ਜਿੱਥੇ ਮੰਕੀਜ਼ ਨੂੰ ਥਿੰਗਸ ਲਾਈਕ ਬਰਗਰਸ, ਨੂਡਲਸ, ਇਹ ਚੀਜ਼ਾਂ ਫੀਡ ਕਰਨਗੇ ਤੇ ਆਬਵੀਅਸਲੀ ਮੰਕੀਜ਼ ਆਰ ਗੋਇੰਗ ਟੂ ਕਮ ਬੈਕ। I think latest ਜਿਹੜਾ ਹੈਗਾ they are also very fond of this fast food. So residents, but ਉਹਨਾਂ ਦੇ ਕੋਈ religious mind ਕਰਕੇ ਉਹ ਹਟ ਹੀ ਨਹੀਂ ਰਹੇ ਫੀਡ ਕਰਨ ਤੋਂ। So anyways ਮੈਂ ਇਸ ਇਸ਼ੂ ਨੂੰ ਹਾਊਸ ਵਿੱਚ ਜਦੋਂ 2-3 ਵਾਰੀ ਰੇਜ਼ ਕੀਤਾ, ਫਿਰ ਮੈਂ ਇਹਨੂੰ ਇੱਕ ਲੈਟਰ ਲਿਖੀ ਆਪਣੀ ਕਮਿਸ਼ਨਰ ਮੈਡਮ ਨੂੰ ਕਿ ਦੇਖੋ ਜੀ ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ, ਆਪਾਂ ਬਾਕੀ ਪ੍ਰੋਜੈਕਟਸ ਕਰ ਰਹੇ ਹਾਂ,
which is always welcome for the city, beautiful. We want to make it a smart city. But what about the dog and the monkey menace? We have to do something about it. So finally, madam ਨੂੰ ਅਸੀਂ ਇੱਕ suggestion ਦਿੱਤੀ ਕਿ ਸਾਨੂੰ elections ਤੋਂ ਪਹਿਲਾਂ ਵੀ ਅਸੀਂ ਆਪਣੀ personal pocket ਤੋਂ ਅਸੀਂ 4 ਬੰਦੇ ਹਾਇਰ ਕੀਤੇ ਸੀ. ਸੋ ਉਹ ਬੰਦੇ ਜਿਹੜੇ ਨੇ ਪੂਰਾ ਦਿਨ ਸੈਕਟਰ 'ਚ ਘੁੰਮਦੇ ਸੀ ਔਰ ਉਹ ਲੰਗੂਰ ਸਾਊਂਡ ਕਰਦੇ ਸੀ. ਔਰ ਜਦੋਂ ਉਹ ਲੰਗੂਰ ਸਾਊਂਡ ਕਰਦੇ ਨੇ ਉਹ ਸਾਊਂਡ ਤੋਂ monkeys ਡਰਦੇ ਨੇ and somehow they just run away. It is very effective, but it's a short term method. I would not say कि a long term में कितने दिन चलता है नहीं चलता, because we have to come at some proper solution कि आपा कितना ए monkey menace नो handle करना है. Because very soon मेरे 28C ਦੇ ਵਿੱਚ ਹੁਣ मैं पिछली मीटिंग में सुनिया मेरे कई काउंसलर्स ने किया कि साडे एरिया 'ਚ ਵੀ monkey menace बहुत हो रहा है. यूनिवर्सिटी साइड चले जाओ ਉੱਥੇ ਵੀ monkeys ਭਰੇ ਹੋਏ ਨੇ. So I think the forest department, the administration, the municipal corporation ਤਿੰਨਾਂ ਨੂੰ ਇੱਕ coordination ਦੇ ਵਿੱਚ ਇੱਕ meeting ਕਰਨੀ ਚਾਹੀਦੀ ਹੈ. And seriously we have to think that how we have to get rid of this monkey menace. ਅਸੀਂ 4 ਬੰਦੇ ਹਾਇਰ ਕੀਤੇ ਨੇ. ਪੇ ਜਿਹੜੀ ਹੈ ਇਟਸ ਬੀਇੰਗ ਆਊਟਸੋਰਸਡ. ਇਟ ਇਜ਼ ਬੀਇੰਗ ਪੇਡ ਬਾਈ ਦ ਫਸਟ ਟਾਈਮ ਦ ਸੈਲਰੀ ਇਜ਼ ਗੋਇੰਗ ਟੂ ਗੋ. ਸੋ ਆਈ ਹੈਵ ਨੋ ਆਈਡੀਆ ਕਿੰਨਾ ਦੇ ਰਿਹਾ, ਪਰ ਆਈ ਵਿਲ ਲੈਟ ਯੂ ਨੋ ਕਿੰਨਾ ਹੈਗਾ. ਪਰ ਜ਼ਿਆਦਾ ਨਹੀਂ ਹੋਏਗੀ, ਪਰ 4 ਬੰਦੇ ਹਾਇਰ ਕੀਤੇ ਨੇ. ਦੇ ਆਰ ਵਰਕਿੰਗ ਫਰੋਮ ਮਾਰਨਿੰਗ ਟੂ ਇਵਨਿੰਗ ਐਂਡ ਪੀਪਲ ਆਰ ਨਾਓ ਲਿਟਲ ਸੈਟਿਸਫਾਈਡ ਕਿ ਹੁਣ ਇੰਨੇ ਜ਼ਿਆਦਾ ਸਾਨੂੰ ਮੰਕੀਜ਼ ਦਿਖ ਨਹੀਂ ਰਹੇ. I think not more than ਪਹਿਲੀ ਵਾਰੀ ਜਦੋਂ ਅਸੀਂ ਦਿੱਤੇ ਸੀ ਤਾਂ I paid about 15-20 per person. ਹੁਣ I don't know ਕਿ ਮੈਡਮ ਦਾ ਜਾਂ MC ਦਾ ਕਿਸ ਬੇਸਿਸ ਤੇ ਕਿੰਨੇ ਅਮਾਉਂਟ ਵਿੱਚ ਕੰਟਰੈਕਟ ਹੋਇਆ. ਮੈਂ ਨਹੀਂ ਸਮਝਦੀ ਕਿ ਇੰਨਾ ਜ਼ਿਆਦਾ ਕੱਟੇ ਨੇ, ਬਿਕੋਜ਼ ਅਗਰ ਇੱਕ ਦਿਨ ਵੀ ਉਹ ਬੰਦੇ ਨਹੀਂ ਆਉਂਦੇ ਤੇ ਕੋਈ ਛੁੱਟੀ ਲੈਂਦੇ ਨੇ ਤੇ I think they are back. So I think 25-30% ਦਾ ਫਰਕ ਜ਼ਰੂਰ ਪਿਆ ਹੈ. 25-30 ਬਿਕੋਜ਼ ਅਜੇ 1.5 ਮਹੀਨਾ ਹੋਇਆ. ਬਿਕੋਜ਼ ਅਗਰ ਉਹਨਾਂ ਨੂੰ ਲੱਗਣ ਲੱਗ ਪਿਆ ਨਾ ਮੰਕੀਜ਼ ਨੂੰ, ਅਗਰ ਆਪਾਂ ਰੈਗੂਲਰਲੀ ਸ਼ਾਇਦ 2-3 ਮਹੀਨੇ ਕਰਾਂਗੇ ਕਿ ਹਾਂ ਇੱਥੇ ਲੰਗੂਰੀ ਹੈਗੇ ਨੇ, ਇੱਥੇ ਸਾਊਂਡਸ ਆ ਰਹੇ ਨੇ, ਸ਼ਾਇਦ ਦੇ ਮਾਈਟ ਜਸਟ ਰਨ ਅਵੇ. ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਵੀ ਕੈਨੋਟ ਐਕਸਪੈਕਟ ਪੀਪਲ ਕਿ ਹੁਣ ਉਹ ਪੈਟ ਡੌਗਸ ਦੀ ਜਗ੍ਹਾ ਲੰਗੂਰ ਪਾਲਣ ਲੱਗ ਪੈਣ. ਦੈਟਸ ਰਿਡੀਕੁਲਸ. That cannot be done. We have to find a permanent solution to this. मैं तो बार-बार ये कह रही हूँ, this is effective, but this is very short term. How many times, how many years are you going to put the people there? आज मेरे वार्ड ਵਿੱਚ ਹੈ, आज मेरे सेक्टर ਵਿੱਚ ਹੋ ਰਿਹਾ ਹੈ, ਕੱਲ ਨੂੰ ਪੂਰੇ ਚੰਡੀਗੜ੍ਹ ਦੇ ਵਿੱਚ ਇਹ ਪ੍ਰੋਬਲਮ ਹੋ ਜਾਏਗੀ, because the way they are spreading, ਯੂਨੀਵਰਸਿਟੀ ਦੇ ਵਿੱਚ they already spread. ਹੁਣ ਮੈਨੂੰ southern sectors ਤੋਂ ਕਿਸੇ ਕਾਉਂਸਲਰਸ ਨੇ ਦੱਸਿਆ ਕਿ ਉਹਨਾਂ ਦੇ ਏਰੀਆ 'ਚ ਵੀ ਆ ਗਏ ਨੇ. So it's a permanent problem and we have to get ready. Because ਆਪਾਂ smart city ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਆਪਾਂ ਇੱਕ clause ਕਿਉਂ ਨਹੀਂ ਪਾ ਦਿੰਦੇ that we should get rid of dog and monkey menace? ਦੇਖੋ ਜੀ, when people, residents are hurt, I am a chosen representative from my ward. I am an elected representative. I have to stand by the people. जो कुछ भी genuine है, my party will always say, we will never say कि ਤੁਸੀਂ ਗਲਤ ਕਰ ਰਹੇ ਹੋ, because ਸਭ ਨੂੰ ਪਤਾ ਹੈ ਕਿ ਇਸ ਟਾਈਮ ਅਗਰ ਅਸੀਂ ਅਖਬਾਰ ਖੋਲ ਰਹੇ ਹਾਂ ਤੇ ਸਭ ਤੋਂ ਜ਼ਿਆਦਾ ਅਸੀਂ ਕਿਹਦੇ ਬਾਰੇ ਪੜ੍ਹ ਰਹੇ ਹਾਂ? We are reading about stray dog menace. We are reading about monkey menace. And ਕੋਈ ਵੀ ਨਹੀਂ ਚਾਹੇਗਾ ਕਿ ਸਾਡੇ residents ਜਾਂ ਸ਼ਹਿਰ ਦੇ ਲੋਕ ਇਸ ਚੀਜ਼ ਤੇ ਹੈਰਸ ਹੋਣ. So that's why I'm raising it. ਤੇ ਕਾਫੀ ਲੋਕ ਖੜੇ ਨੇ, ਮੌਜੂਦ ਨੇ, ਤੇ ਕੁਝ ਲੋਕ ਸੱਥ ਦੇ ਵਿੱਚ ਬੈਠੇ ਤਾਸ਼ ਵੀ ਕੁੱਟ ਰਹੇ ਨੇ, ਤਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ. ਕਿੰਨਾ ਕੁ ਜਿਹੜਾ ਔਖਾ ਹੈ ਇਸ ਵਕਤ ਬਾਂਦਰਾਂ ਤੋਂ? बहुत ज़्यादा बुरा हाल है जी. बच्चे लेडीज ज़्यादा पढ़ते हैं और कई लोग आगे यहाँ दानी भी बन के डालने की कोशिश करते हैं, लेकिन हमने कई बार उनको मना भी किया. और कई बार हमने अपनी तरफ से भी बंदे रखे. जो बंदे होते थे एक तरफ भगा दूसरी तरफ जाते हैं, दूसरी तरफ भगा दूसरी तरफ जाते हैं. घर के बाहर कोई चीज़ रख नहीं सकते, कपड़े भी उठा के ले जाते हैं छतों में. छत के अंदर लेडीज के बच्चे कोई जा नहीं सकते. बहुत बुरा हाल है, बंदरों का बहुत ज़्यादा आतंक है. ਲੱਗਦਾ ਕਿ ਜੋ ਪ੍ਰਸ਼ਾਸਨ ਵੱਲੋਂ ਇਸ ਵਕਤ ਬੰਦੇ ਹਾਇਰ ਕੀਤੇ ਗਏ ਨੇ, ਜੋ ਲੰਗੂਰਾਂ ਦੀ ਆਵਾਜ਼ਾਂ ਕੱਢ ਕੇ ਉਹਨਾਂ ਨੂੰ ਭਜਾਉਣ ਦਾ ਕੰਮ ਕਰ ਰਹੇ ਨੇ, ਉਸ ਨਾਲ ਕੋਈ ਫਰਕ ਪੈ ਰਿਹਾ? ਉਹਨਾਂ ਨਾਲ ਇਹ ਜੀ, ਇੱਕ ਤਰफ भगा दे दूसरी तरफ चले जाते, दूसरी तरफ भगा दूसरी तरफ चले जाते. पार्क परमानेंट सोल्यूशन नहीं है? परमानेंट सोल्यूशन कुछ नहीं है अभी तक. तो ये तो आते हैं, जब आते हैं इनको देख के चले जाते हैं, फिर दोबारा थोड़ी देर बाद इनके जाते हैं, दोबारा आ जाते हैं. ਪਰ ਬਹੁਤ ਸਾਰੇ ਕਹਿਣਾ ਇਹ ਵੀ है कि ਲੋਕਾਂ ਵੱਲੋਂ ਉਹਨਾਂ ਨੂੰ ਖਾਣ ਨੂੰ ਦਿੱਤਾ ਜਾਂਦਾ, ਇਸ ਕਰਕੇ ਉਹ ਇੱਥੋਂ ਜਾ ਨਹੀਂ ਪਾ ਰਹੇ ਹੈਗੇ. 28 बासिंदा तो लोग लगभग कम ही करते हैं जी, बाहर से लोग आके देते हैं. जो भी हमें सामने पड़ते हैं हम उनको डरा के धमका के भगाते हैं कि भाई ऐसे ना करो, आप जंगल में जाके डालो. ਇੱਥੇ ਹੋਰ ਵੀ ਕਾਫੀ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲਾਂਗੇ. ਸੈਕਟਰ 28 ਦੇ ਵਿੱਚ ਕਿੰਨਾ ਕੁ ਆਤੰਕ ਹੈ ਜਿਹੜਾ ਇਸ ਵਕਤ ਬਾਂਦਰਾਂ ਦਾ 28 ਸੈਕਟਰ 'ਚ ਵੀ ਦੇਖਣ ਨੂੰ ਮਿਲਦਾ? बहुत काफी रहेगा. 4-5 बंदे तो काट लिए और बहुत इधर घुमाओ इधर आ जाए, इधर घुमाओ इधर आ जाए है. ਪਰਮਾਨੈਂਟ ਸੋਲੂਸ਼ਨ ਨਹੀਂ ਹੈ? कोई सोल्यूशन नहीं हैगा. ਤੇ ਕਿਹਾ ਯਾਰ ਬਹੁਤ ਸਾਰੇ ਲੋਕਾਂ ਵੱਲੋਂ ਜਿਹੜਾ ਖਾਣ ਨੂੰ ਦਿੱਤਾ ਜਾਂਦਾ ਉਹਨਾਂ ਨੂੰ, ਜਿਸ ਕਾਰਨ ਉਹ ਇੱਥੇ ਹੀ ਰਹਿੰਦੇ ਰਹੇ. खाण ਨੂੰ कौन देंदा सी? कोई गड्डी वाला आके दे जाए भाई, रोड के ऊपर केले काले डाल के जावा है, रोड पर एक्सीडेंट का खतरा रहा है. और स्कूल वाले बच्चे तंग करते सी, बहुत तंग कर रखे बंदर नूं. ਕੋਈ
ਤੁਹਾਡੇ ਜਹਿਨ 'ਚ ਹੋਵੇ ਕੀ ਕਰਨਾ ਕੀ ਚਾਹੀਦਾ ਫਿਰ ਪ੍ਰਸ਼ਾਸਨ ਨੂੰ? प्रशासन को कार्रवाई करनी चाहिए, या तो इन्हों को छोड़ के जाओ या इन्हों को कोई स्थान बनाओ। ਤੇ ਫਿਲਹਾਲ ਕਦੋਂ ਤੱਕ ਚੰਡੀਗੜ੍ਹ ਵਾਸੀ ਨੇ ਜਿਹੜੇ ਉਹ ਬੰਦਰਾਂ ਤੋਂ ਨਿਜਾਤ ਪਾਉਂਦੇ ਨੇ ਇਹ ਦੇਖਣਾ ਬੇਹੱਦ ਅਹਿਮ ਰਹੇਗਾ। ਵੀਡੀਓ ਜਰਨਲਿਸਟ ਸ਼ਿਵਮ ਦੇ ਨਾਲ ਮੈਂ ਸਮਰਪ੍ਰੀਤ ਸਿੰਘ, ਚੰਡੀਗੜ੍ਹ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।